Good morning dear student. This is the next video of current electricity. In previous video we discussed about terminal potential difference, EMF and also drive relation for internal resistance of the cell. In this video we are going to discuss what happen when we arrange cell in series and parallel. We will find the condition when will current maximum in series or parallel connection of cells. So we are going to drive condition where will be the current maximum in series and parallel. So our first article is when cells are arranged in series. Cells in series. ਆਪਾਂ ਰਿਲੇਸ਼ਨ ਫਾਈਂਡ ਕਰਨਾ ਵਾ ਕਰੰਟ ਦੇ ਲਈ ਜਦੋਂ ਆਪਾਂ ਕੀ ਕਰਨਾ ਵਾ ਸੈਲਸ ਨੂੰ ਸੀਰੀਜ਼ ਦੇ ਵਿੱਚ ਅਰੇਂਜ ਕਰਨਾ। ਉਸ ਤੋਂ ਬਾਅਦ ਕੀ ਕਰਾਂਗੇ ਆਪਾਂ ਕੰਡੀਸ਼ਨ ਫਾਈਂਡ ਕਰਨੀ ਆ ਕਿ ਜਦੋਂ ਆਪਾਂ ਸੈੱਲ ਸੀਰੀਜ਼ ਦੇ ਵਿੱਚ ਅਟੈਚ ਕਰਦੇ ਕਰੰਟ ਮੈਕਸਿਮਮ ਕਦੋਂ ਹੋਊਗਾ, ਉਹ ਕੰਡੀਸ਼ਨ ਦੇ ਲਈ ਆਪਾਂ ਰਿਲੇਸ਼ਨ ਫਾਈਂਡ ਕਰਨਾ। ਤਾਂ ਸਾਰਿਆਂ ਨਾਲੋਂ ਪਹਿਲਾਂ ਆਪਾਂ ਕੀ ਕਰਾਂਗੇ ਕਰੰਟ ਦੇ ਲਈ ਰਿਲੇਸ਼ਨ ਫਾਈਂਡ ਕਰਨਾ ਕੀ ਹੁੰਦਾ। ਉਸ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਆਪਾਂ ਸੀਰੀਜ਼ ਦੇ ਵਿੱਚ ਜਾਂ ਪੈਰਲਲ ਦੇ ਵਿੱਚ ਰੈਜ਼ਿਸਟੈਂਸ ਨੂੰ ਅਟੈਚ ਕਰਦੇ ਆ ਉਹਨਾਂ ਦਾ ਰਿਲੇਸ਼ਨ ਕੀ ਸੀ। ਜਦੋਂ ਵੀ ਰੈਜ਼ਿਸਟੈਂਸ ਨੂੰ ਆਪਾਂ ਸੀਰੀਜ਼ ਦੇ ਵਿੱਚ ਅਟੈਚ ਕਰਦੇ ਆ ਤਾਂ ਰੈਜ਼ਿਸਟੈਂਸ ਜੋ ਹੁੰਦੀ ਹੈ ਟੋਟਲ ਉਹ ਸਾਰਿਆਂ ਦਾ ਸਮ ਹੋਊਗੀ। ਇਸੇ ਤਰ੍ਹਾਂ ਜੇ ਆਪਾਂ ਪੈਰਲਲ ਦੇ ਵਿੱਚ ਰੈਜ਼ਿਸਟੈਂਸ ਅਟੈਚ ਕਰਦੇ ਆ ਪੈਰਲਲ ਵੇਲੇ ਜਿਹੜੀ ਕੰਡੀਸ਼ਨ ਉਹ ਚੇਂਜ ਹੋ ਜਾਂਦੀ ਹੈ 1/r = 1/r1 + 1/r2 R3 ਇਹ ਸੀਰੀਜ਼ ਲਈ ਹੈ, ਇਹ ਪੈਰਲਲ ਦੇ ਲਈ ਹੈ। ਇਹ ਕੰਡੀਸ਼ਨ ਹੈ ਜੋ ਆਪਾਂ ਉਹਦੇ ਵਿੱਚ ਯੂਜ਼ ਕਰਨੀ ਹੈ ਫਾਰਮੂਲੇ। ਹੁਣ ਦੇਖੋ ਆਪਾਂ ਕੀ ਕਰਨਾ ਡਾਇਗਰਾਮ ਕਿ ਜਦੋਂ ਆਪਾਂ ਸੈਲਸ ਨੂੰ ਸੀਰੀਜ਼ ਦੇ ਵਿੱਚ ਅਟੈਚ ਕਰਦੇ ਹਾਂ। ਸਪੋਜ਼ ਕਰ ਲਓ ਆਪਣੇ ਕੋਲ n ਨੰਬਰ ਆਫ ਸੈਲਸ ਹਨ। ਸੈੱਲ ਦਾ ਸਿੰਬਲ ਕੀ ਸੀਗਾ, ਆ ਸੈੱਲ ਦਾ ਸਿੰਬਲ ਆ ਪੋਜ਼ਿਟਿਵ ਟਰਮੀਨਲ ਹੁੰਦਾ ਹੈ, ਦੂਸਰਾ ਨੈਗੇਟਿਵ। ਆਪਾਂ ਕੀ ਕਰਨਾ ਵਾ ਇਹਨਾਂ ਸੈਲਸ ਨੂੰ ਸੀਰੀਜ਼ ਦੇ ਵਿੱਚ ਅਰੇਂਜ ਕਰਨਾ। ਸੀਰੀਜ਼ ਕੀ ਹੁੰਦੀ ਹੈ ਕਿ ਜਦੋਂ ਆਪਾਂ ਸੈੱਲ ਦਾ ਇੱਕ ਟਰਮੀਨਲ ਦੂਸਰੇ ਦੇ ਨਾਲ ਅਟੈਚ ਕਰੀ ਜਾਂਦੇ। ਸਪੋਜ਼ ਕਰ ਲਓ ਜਿਵੇਂ ਆਹੀ ਸੈੱਲ ਆ, ਆਪਾਂ ਕੀ ਕਰਨਾ ਆ ਇਹਦਾ ਪੋਜ਼ਿਟਿਵ ਆ ਨੈਗੇਟਿਵ ਟਰਮੀਨਲ ਆ, ਇਹਦੇ ਨਾਲ ਇੱਕ ਹੋਰ ਸੈੱਲ ਜੋੜਤਾ, ਪੋਜ਼ਿਟਿਵ ਤੇ ਨੈਗੇਟਿਵ ਕੰਬਾਈਨ ਕਰਤੇ, ਇਹਦੇ ਨਾਲ ਇੱਕ ਹੋਰ ਜੁੜੀ ਗਏ। ਜਿਵੇਂ ਆਪਾਂ ਬੈਟਰੀ ਦੇ ਵਿੱਚ 2 ਜਾਂ 3 ਸੈੱਲ ਪੈਂਦੇ ਆ ਇੱਕੋ ਲਾਈਨ ਦੇ ਵਿੱਚ ਪਾਈ ਗਏ, ਇਹਦੇ ਉੱਤੇ ਦੂਸਰਾ ਇਹਦੇ ਉੱਤੇ ਤੀਸਰਾ, ਉਹ ਸੀਰੀਜ਼ ਦੇ ਵਿੱਚ ਹੋ ਜਾਂਦੇ ਆਪਣੇ ਕੋਲ। ਹੁਣ ਕੀ ਆ ਆਪਾਂ ਇਸੇ ਤਰ੍ਹਾਂ ਦੇ ਜਿਵੇਂ ਪੋਜ਼ਿਟਿਵ ਟਰਮੀਨਲ ਤੇ ਨੈਗੇਟਿਵ ਇਹਨਾਂ ਨੂੰ ਆਪਸ ਦੇ ਵਿੱਚ ਜੋੜੀ ਜਾਣਾ। ਕਿੰਨੇ ਸੈੱਲ ਆਪਣੇ ਕੋਲ n ਨੰਬਰ ਆਫ ਸੈਲਸ ਹਨ ਤੇ ਹਰੇਕ ਦੀ ਜਿਹੜੀ EMF ਆ। ਹੁਣ ਪ੍ਰੀਵੀਅਸ ਵੀਡੀਓ 'ਚ ਆਪਾਂ EMF ਦੀ ਗੱਲ ਕੀਤੀ ਸੀ। EMF ਹੁੰਦਾ ਕੀ ਆ, ਆਪਾਂ ਕੀ ਕਿਹਾ ਸੀਗਾ ਕਿ ਜਦੋਂ ਆਪਾਂ ਸੈੱਲ ਦੇ ਵਿੱਚੋਂ ਕੋਈ ਕਰੰਟ ਡਰਾ ਨਹੀਂ ਕਰਦੇ, ਠੀਕ ਆ, ਜਿਵੇਂ ਸੈੱਲ ਆ ਇਹਦੇ 'ਚੋਂ ਆਪਾਂ ਕੋਈ ਕਰੰਟ ਮਤਲਬ ਕੋਈ ਕਨੈਕਸ਼ਨ ਹੀ ਨਹੀਂ ਕੀਤਾ, ਸਰਕਟ ਆਪਾਂ ਕੀ ਕਿਹਾ ਸੀ ਓਪਨ ਆ। ਜੇ ਕੋਈ ਕਨੈਕਸ਼ਨ ਕਰ ਵੀ ਦਿੱਤਾ ਆਪਾਂ ਵਾਇਰ ਬ੍ਰੇਕ ਕਰਤੀ ਜਾਂ ਸਵਿਚ ਆਫ ਕਰਤੀ, ਉਹ ਓਪਨ ਸਰਕਟ ਹੁੰਦਾ। ਇਹਦੇ ਟਰਮੀਨਲ ਦੇ ਕ੍ਰਾਸ ਜੋ ਆਪਣੇ ਕੋਲ ਵੋਲਟੇਜ ਮਿਲੂਗੀ ਉਹਨੂੰ ਆਪਾਂ EMF कहता ਸੀ। ਕਦੋਂ, ਜਦੋਂ ਸਰਕਟ ਕੀ ਆ ਓਪਨ। ਤੇ ਜੇ ਆਪਾਂ ਸਰਕਟ ਕਲੋਜ਼ ਕਰਤਾ ਫਿਰ ਉਹ ਕੀ ਸੀਗਾ ਪੋਟੈਂਸ਼ੀਅਲ ਡਿਫਰੈਂਸ ਬਣ ਜਾਂਦਾ। ਇਸੇ ਤਰ੍ਹਾਂ ਆਪਾਂ ਮੰਨ ਲੈਂਦੇ ਜਿਵੇਂ ਸੈੱਲ ਆ ਇਹਦੀ EMF ਆ 1.5 ਵੋਲਟ ਆ, ਮਤਲਬ ਇਹਦੀ ਆਪਣੀ ਜਿਹੜੀ ਪਾਵਰ ਆ ਵੋਲਟੇਜ ਕਿੰਨੀ ਆ 1.5 ਵੋਲਟ ਆ, ਇਹਦੀ EMF ਕਿੰਨੀ ਜਾਊਗੀ। ਤੇ ਇਹੀ ਜੇ ਆਪਾਂ ਇਹਦੇ ਨਾਲ ਕੋਈ ਕਨੈਕਸ਼ਨ ਕਰਕੇ ਕੋਈ ਚੀਜ਼ ਚਲਾਤੀ ਉਹਦੀ EMF ਘਟ ਜੂਗੀ, ਉਹ ਪੋਟੈਂਸ਼ੀਅਲ ਡਿਫਰੈਂਸ ਹੋ ਜਾਊਗਾ। ਹੁਣ ਦੇਖੋ ਆਪਾਂ ਸਪੋਜ਼ ਕਰ ਲੈਂਦੇ ਹਾਂ ਹਰੇਕ ਦੀ ਜਿਹੜੀ EMF ਆ ਕਿੰਨੀ ਆ E ਹਰੇਕ ਦੀ ਇੰਟਰਨਲ ਰੈਜ਼ਿਸਟੈਂਸ। ਆਪਾਂ ਕਿਹਾ ਸੀ ਸੈੱਲ ਦੀ ਇੰਟਰਨਲ ਰੈਜ਼ਿਸਟੈਂਸ ਵੀ ਹੁੰਦੀ ਹੈ ਕਿਉਂਕਿ ਸੈੱਲ ਦੇ ਵਿੱਚ ਜੋ ਮਟੀਰੀਅਲ ਹੁੰਦਾ ਵਾ ਉਹ ਕਰੰਟ ਨੂੰ ਅਪੋਜ਼ ਕਰਦਾ, ਫਲੋ ਆਫ ਇਲੈਕਟ੍ਰੋਨ ਨੂੰ ਅਪੋਜ਼ ਕਰਦਾ, ਇਸ ਕਰਕੇ ਸੈੱਲ ਦੀ ਇੰਟਰਨਲ ਰੈਜ਼ਿਸਟੈਂਸ ਵੀ ਹੋਊਗੀ। ਉਹਨੂੰ ਆਪਾਂ ਡਿਨੋਟ ਕੀਤਾ ਸੀਗਾ ਸਮਾਲ r ਦੇ ਨਾਲ। ਹਰੇਕ ਦੀ ਇੰਟਰਨਲ ਰੈਜ਼ਿਸਟੈਂਸ ਸੈੱਲ ਦੀ ਸਮਾਲ r। ਇਸ ਤਰ੍ਹਾਂ ਆਪਾਂ ਅਟੈਚ ਕਰਦੇ ਕਿੰਨੇ ਸੈੱਲ ਯੂਜ਼ ਕਰਨੇ ਆ n ਨੰਬਰ ਆਫ ਸੈਲਸ। ਹਰੇਕ ਦੀ EMF ਆ ਜਿਹੜੀ E, ਹਰੇਕ ਦੀ ਇੰਟਰਨਲ ਰੈਜ਼ਿਸਟੈਂਸ R। ਆਪਾਂ ਕੀ ਕੀਤਾ
सर्किट कंप्लीट कर लिया, ਇਹਦੇ ਨਾਲ ਕੁਝ ਵੀ ਆਪਾਂ ਕਨੈਕਟ ਕਰ ਸਕਦੇ ਆ ਤੇ ਇਹਦੇ ਨਾਲ ਆਪਾਂ ਅਟੈਚ ਕਰਤਾ ਇੱਕ ਰਜਿਸਟਰ। ठीक है, रेजिस्टेंस अटैच करती, अपने को सर्किट की हो गया कंप्लीट। ਇਹਨੂੰ ਆਪਾਂ कैपिटल R ਦੇ ਨਾਲ डिनोट कर लिया। करंट ਦੀ डायरेक्शन की होगी, पॉजिटिव तो नेगेटिव वाला फ्लो करता, आ करंट ਦੀ डायरेक्शन होगी। ਇਹਦੀ ਵੈਲਿਊ ਆਪਾਂ ਫਾਈंड ਕਰਨੀ ਹੈ ਪਹਿਲਾਂ। ਹੁਣ ਦੇਖੋ ਕੀ ਹੋਗਾ, ਪਹਿਲਾਂ ਤਾਂ ਆਪਾਂ ਇਹਦੇ ਇਕੁਇਵਲੈਂਟ, मतलब ਇਕੁਇਵਲੈਂਟ ਦਾ मतलब ਇਹਦੇ ਬਰਾਬਰ ਦਾ ਆਪਾਂ ਜੇ ਇੱਕ ਸੈੱਲ ਲਾਉਣਾ ਹੋਵੇ, अपने को EMF कितनी होनी चाहिए है, इंटरनल रेजिस्टेंस कितनी होनी चाहिए, पहला वो कंडीशन फाइंड करनी, फिर करंट फाइंड करांगे अपन। मतलब सारे सर्किट को अपन पहला सॉल्व करना। देखो की होगा, टोटल EMF ऑफ द सेल, EMF ऑफ द सर्किट, इस सर्किट की जी टोटल EMF आ वो कितनी होगी। टोटल EMF का मतलब जिन्ने तुसी सैल अटैच कीते आ सीरीज दे विच, सीरीज दे विच की हुंदा वा सारिਆਂ ਦੀ EMF की हो जूगी प्लस हो जूगी। टोटल EMF आ E सारिਆਂ ਦੀ E आ, किन्ने टाइम आ है, किन्ने सैल यूज कीते आपां n टाइम्स, क्योंकि आपां n सैल यूज कीते आ, ਇਹਨੂੰ ਆਪਾਂ किन्नी बार ऐड करांगे n बार। जे n बार ऐड करदे अपने कोल टोटल EMF ਦੀ वैल्यू किन्नी आ जूगी n टाइम E, जिन्ने सैल होणगे, जे 10 सैल आ n की वैल्यू ते 10 आ जाएगी। ये तो हो गई अपने को टोटल EMF। नेक्स्ट आप आ देखो इन्हां दी इंटरनल रेजिस्टेंस भी है, वही तो फाइंड करनी है। इंटरनल रेजिस्टेंस ऑफ n सेल्स, ठीक है, ये भी n सेल्स की टोटल EMF सी, ये भी इंटरनल रेजिस्टेंस की दी है आ n सेल दी। ਹੁਣ देखो ये भी सारे की है सीरीज ਦੇ ਵਿੱਚ, सीरीज वाला फार्मूला ਉਹਨੇ ਦੱਸਿਆ ਸੀ, ਸਾਰੇ ਕੀ ਹੋਣਗੇ प्लस, कितना आ जाएगा r r r, ये भी कितने आ n टाइम्स, ये भी बन जाओ अपने को n इनटू स्मॉल। ਆਪਾਂ ਕੰਡੀਸ਼ਨ ਫਾਈਂਡ ਕਰ ਲਈ ਕਿ ਜੇ ਆਪਾਂ n ਸੈੱਲ ਨੂੰ ਸੀਰੀਜ਼ ਦੇ ਵਿੱਚ ਅਟੈਚ ਕੀਤਾ ਵਾ ਤੇ ਜੇ ਆਪਾਂ ਇੰਨੇ ਸੈੱਲ ਯੂਜ਼ ਨਹੀਂ ਕਰਨੇ n ਸੈੱਲ, ਆਪਾਂ ਉਹਨਾਂ ਦੀ ਜਗ੍ਹਾ ਇੱਕੋ ਸੈੱਲ ਯੂਜ਼ ਕਰਨਾ ਵਾ, ਫਿਰ ਉਸ ਸੈੱਲ ਦੀ EMF ਕਿੰਨੀ ਹੋਣੀ ਚਾਹੀਦੀ ਹੈ n E, ਤੇ ਉਹ ਸੈੱਲ ਦੀ ਇੰਟਰਨਲ ਰੈਜ਼ਿਸਟੈਂਸ ਕਿੰਨੀ ਹੋਵੇ n R ਹੋਵੇ। ਫਿਰ ਆਪਾਂ ਕੀ ਕਰਾਂਗੇ, ਇਹਦੇ ਇਕੁਇਵਲੈਂਟ मतलब ਇਹਦੇ ਬਰਾਬਰ ਦਾ ਜਿਹੜਾ ਸਰਕਟ ਬਣੂਗਾ ਕੀ ਬਣ ਜੂਗਾ, ਉਹ ਇੱਕੋ ਸੈੱਲ ਯੂਜ਼ ਕਰਨਾ, ਉਹਦੀ EMF ਕਿੰਨੀ ਹੋਵੇ NE, ਤੇ ਉਹਦੀ ਇੰਟਰਨਲ ਰੈਜ਼ਿਸਟੈਂਸ ਕਿੰਨੀ ਹੋਵੇ NR। बाकी एक्सटर्नल अपने को R सी, वो एज इट इज होगी, करंट की डायरेक्शन सेम रहूगी। आ इस सर्किट का इक्विवेलेंट सर्किट आ गया, मतलब इन्हां सारे सैल की जगह आप एको सैल यूज करांगे जिहदी EMF NE होगी ते जिहदी इंटरनल रेजिस्टेंस कितनी होगी N * R। हुण आपां फाइंड करना I की वैल्यू। I की वैल्यू फाइंड करने के लिए अपन फिर सर्किट सॉल्व करना पैना, क्योंकि दो रेजिस्टेंस आ गई अपने को, दो रेजिस्टेंस आ गया। देखो एदी रेजिस्टेंस कितनी है NR, एदी कितनी है R, ये दोवें की है सीरीज से है। आ जिहड़ी मैं रेजिस्टेंस लिखी है इत्थे बाहर, एदे विच दी रेजिस्टेंस है इस तरह, मतलब आ टर्मिनल एदे नाल जुड़िया होया, आ एदे नाल, ठीक है, ये दोवें की है सीरीज दे विच, ठीक है, ये पैरेलल नहीं होणगे, सीरीज दे विच आपस दे विच ही अटैच है। ते जे आपां नूं पता सीरीज दे विच हुंदियां रेजिस्टेंस, उन्हां दोवां दा की हुंदा सिंपल आपां सम लिख दिंदे, मतलब कितनी आ जाऊगी टोटल रेजिस्टेंस सर्किट दी सीरीज च है दोवें NR + R। टोटल रेजिस्टेंस आ जेहड़ी, टोटल रेजिस्टेंस ऑफ सर्किट कितनी बन जूगी, इंटरनल सैल दी कितनी सी NR प्लस कैपिटल R, ये टोटल रेजिस्टेंस आ सर्किट दी। हुण सिंपल ओम्स ला ला के आपां की फाइंड कर लेना वा, करंट फाइंड कर लेना। की सी ओम्स ला, ओम्स ला आपां की कहना सी V = I * R, कि जेड़ा पोटेंशियल डिफरेंस आ वो इक्वल हुंदा वा I * R दे। आपां करंट फाइंड करना, करंट की वैल्यू कितनी आउगी, करंट इन द सर्किट कितना बन जूगा
I इक्वल टू V ओवर R। V की जगह आप की यूज करांगे टोटल सैल की EMF कितनी है, ठीक है। टोटल EMF कितनी है N इंटू E, टोटल देखनी है डिवाइड बाय टोटल रेजिस्टेंस। टोटल रेजिस्टेंस कितनी है N R प्लस कैपिटल R। एक ही बन गया अपने को करंट फाइंड कर लिया ਆਪਾਂ सर्किट ਦੇ ਵਿੱਚ कितना करंट फ्लो करता ਪਿਆ, ठीक है। ये अपने को करंट दी करंट ਦਾ ਰਿਲੇਸ਼ਨ आ गया, पर ਆਪਾਂ फाइंड की करना कि आ जो सर्किट ਆਪਾਂ ड्रॉ ਕੀਤਾ ਵਾ ਇਹਦੇ ਵਿੱਚ ਜਿਹੜਾ करंट ਆ ਉਹ ਮੈਕਸਿਮਮ ਕਦੋਂ ਹੋਊਗਾ। ਹੁਣ ਮੈਕਸਿਮਮ ਕਦੋਂ ਹੋਊਗਾ ਜਿਹੜੀਆਂ ਰੈਜ਼ਿਸਟੈਂਸ ਆ ਉਹਨਾਂ ਦੇ ਉੱਤੇ ਡਿਪੈਂਡ ਕਰਦਾ, ਕਿਉਂਕਿ ਰੈਜ਼ਿਸਟੈਂਸ ਦਾ ਕੰਮ ਕੀ ਆ ਕਰੰਟ ਨੂੰ ਰੋਕਣਾ, ਅਪੋਜ਼ ਕਰਨਾ। जिन्नी ज़्यादा रजिस्टेंस होगी उन्ना घट जिहड़ा करंट होगा, ठीक है। ਇਹਦਾ मतलब ਆਪਾਂ कंडीशन फाइंड करनी है कि ਇਹਨਾਂ ਦੋਵਾਂ ਦੇ ਵਿੱਚੋਂ ਕਿਹੜੀ ਰजिस्टेंस ਜ਼ਿਆਦਾ ਜਾਂ ਘੱਟ ਹੋਵੇ ਤਾਂ ਕਿ ਜਿਹੜਾ ਕਰੰਟ ਆ ਉਹ ਮੈਕਸਿਮਮ ਹੋ ਜੇ। ਦੋ ਕੰਡੀਸ਼ਨ ਬਣਨਗੀਆਂ ਦੇਖੋ, ਕਿਉਂਕਿ ਆਪਣੇ ਕੋਲ ਦੋ ਹੀ ਰजिस्टेंस ਹੈ, ਇੱਕ ਆ ਵਾਲੀ ਇਹਨਾਂ ਵਾਲੀ, ਇੱਕ ਆ ਵਾਲੀ ਕੈਪੀਟਲ ਆਰ ਐਕਸਟਰਨਲ ਰजिस्टेंस। ਇੱਕ ਵਾਰੀ ਇਹਨੂੰ ਗ੍ਰੇਟਰ ਰੱਖ ਲਓ, ਇੱਕ ਵਾਰੀ ਇਹਨੂੰ ਗ੍ਰੇਟਰ ਰੱਖ ਲਓ। ਆਪਾਂ ਦੇਖ ਲੈਂਦੇ ਹਾਂ ਕਿਹਦੇ 'ਚ ਜ਼ਿਆਦਾ ਕਰੰਟ ਫਲੋ ਕਰਦਾ। ਸੋ ਪਹਿਲੀ ਕੰਡੀਸ਼ਨ ਕੀ ਆ ਕੇਸ 1, if जिन्हों मर्जी ग्रेटर रख लो R एक्सटर्नल रेजिस्टेंस वेरी वेरी ग्रेटर आ इंटरनल रेजिस्टेंस दे नाल, ठीक है। आपां की सपोज कर लिया पहले केस दे विच कि जे एक्सटर्नल रेजिस्टेंस दी वैल्यू ग्रेटर आ इंटरनल रेजिस्टेंस ऑफ सैल तो, फिर आपां देखते हैं करंट कितना होगा। हुण इहदी वैल्यू ज्यादा इहदी घट आ, आपां की करांगे देयरफॉर NR कैन बी neglected, ये खत्म हो जाऊगा, ठीक है। सपोज कर लो ਇਹਦੀ वैल्यू अपने कोल 1000 है ਤੇ ਇਹਦੀ वैल्यू कितनी है, ਇਹਦੀ 1 ही है। 1000 ਦੇ ਕੰਪੈਰੀਜ਼ਨ ਕੀ ਆ 1 ਨੈਗਲੀਜੀਬਲ ਹੋ ਗਿਆ, ਬਹੁਤ ਘੱਟ ਆ, ਠੀਕ ਹੈ। ਜੇ ਬਹੁਤ ਘੱਟ ਆ ਆਪਾਂ ਨੂੰ ਨੈਗਲੈਕਟ ਕਰ ਸਕਦੇ ਆ, ਛੱਡ ਸਕਦੇ ਆ। ਇਸ ਕਰਕੇ NR ਨੂੰ ਕੀ ਕੀਤਾ ਨੈਗਲੈਕਟ ਕਰਤਾ, ਕੱਲਾ ਕੀ ਬਚ ਗਿਆ R। ਇਸੇ ਸਰਕਟ ਦੇ ਵਿੱਚ ਆਪਣੇ ਕੀ ਕਰਨਾ ਦੇਖੋ देयरफॉर इक्वेशन ਜਿਹੜੀ 1 ਆ ਉਹਦਾ ਰਿਲੇਸ਼ਨ ਕੀ ਆ ਜਾਊਗਾ, ਆ ਤਾਂ ਹੋ ਗਿਆ ਖਤਮ। NR ਨੈਗਲੈਕਟ ਕਰਤਾ ਆਪਾਂ, ਕਿੰਨਾ ਬਚ ਗਿਆ ਆਪਣੇ ਕੋਲ NE I ਦੀ ਵੈਲਿਊ NE ਓਵਰ R। E ਓਵਰ R ਕੀ ਹੁੰਦਾ ਵਾ ਆ ਦੇਖੋ E ਓਵਰ R ਇੱਥੋਂ ਹੀ ਫਾਈਂਡ ਕਰ ਲਓ। E ਓਵਰ R ਕਰੰਟ ਬਣ ਗਿਆ। ਇਹਦਾ ਮਤਲਬ ਆ ਜਿਹੜਾ ਕਰੰਟ ਆ ਇਹ ਕਿਹਦੇ ਕਰਕੇ ਆ ਸਿੰਗਲ ਸੈੱਲ ਕਰਕੇ ਆ, ਇਹ ਕਿਹਦੇ ਨਾਲ ਮਲਟੀਪਲਾਈ ਹੁੰਦਾ ਪਿਆ N ਨਾਲ। मतलब आ किहदी आ गया अपने को दिस इज करंट ड्यू टू n सेल्स, क्योंकि n नाल मल्टीप्लाई हो गया, ये n सेल करके करंट होगा। आप दूजी कंडीशन भी देख लेते हैं। दूजी कंडीशन की बनती है अपने को सेकंड कंडीशन की है केस 2 इफ ਹੁਣ ਇਹਨੂੰ ग्रेटर रख के देख लेते हैं NR वेरी वेरी ग्रेटर कैपिटल आ, और देखो की बन जाऊगा देयरफॉर ਹੁਣ आ ग्रेटर है ਇਹਨੂੰ नेगलेक्ट कर दो R कैन बी नेगलेक्टेड। R नेगलेक्ट हो गया, इक्वेशन 1 देखो की बन जाऊ R तो खत्म हो गया अपने को I इक्वल टू NE R नेगलेक्ट कल्ला कितना बच गया अपने को NR। N दे नाल N कैंसल, कितना रह गया E ओवर R। E ओवर R की है करंट आ, पर हुण की है ये सिंगल सेल इत्थे 1 आ। ये करंट किहदे करके है दिस इज करंट ड्यू टू सिंगल सेल। ये एक सेल करके आया करंट ते आ कितने सेल करके N सेल करके। हुण देखो तुसी एक सेल करके करंट ज्यादा होगा कि N सेल। सपोज कर लो अपने को 10 सेल N की वैल्यू 10 आ 10 सेल ਨੂੰ ਜੋੜ ਕੇ ਬਣਿਆ ਕਰੰਟ ਆ 1 सेल ਕਿਹਦੇ ਤੇ ਜ਼ਿਆਦਾ ਹੋ ਕਰੰਟ ਇਸ ਦੇ ਵਿੱਚ। ਇਹਦਾ ਮਤਲਬ ਜੇ ਆਪਾਂ ਨੂੰ ਮੈਕਸਿਮਮ ਕਰੰਟ ਦੀ ਕੰਡੀਸ਼ਨ ਪੁੱਛੀ ਆ ਉਹ ਕੰਡੀਸ਼ਨ ਕੀ ਹੋਊਗੀ when external resistance greater ਹੋਊਗੀ ਕਿਹਦੇ ਨਾਲੋਂ internal resistance of cell ਦੇ ਨਾਲੋਂ। ਉਹਦੇ ਤੇ ਕੀ ਹੁੰਦਾ ਵਾ ਕਰੰਟ ਜਿਹੜਾ ਮੈਕਸਿਮਮ ਹੁੰਦਾ। ਇਹ ਤਾਂ ਸੀਗੀ ਆਪਣੇ ਕੋਲ ਸੀਰੀਜ਼ ਦੀ ਗੱਲ ਕਿ ਸੀਰੀਜ਼ ਦੇ ਵਿੱਚ ਕਰੰਟ ਮੈਕਸਿਮਮ ਕਦੋਂ ਹੁੰਦਾ।
ਹੁਣ ਆਪਾਂ ਨੈਕਸਟ ਜੋ ਕਰਨ ਲੱਗੇ ਆ ਉਹ ਆਪਾਂ ਕਰਨਾ ਪੈਰਲਲ ਕਿ ਜਿਹੜਾ ਕਰੰਟ ਆ ਉਹ ਮੈਕਸਿਮਮ ਕਦੋਂ ਹੋਊਗਾ ਪੈਰਲਲ ਦੇ ਕੇਸ 'ਚ ਉਹਦਾ ਇਕੁਇਵਲੈਂਟ ਸਰਕਟ ਵੀ ਡਰਾ ਕਰਾਂਗੇ। देखो पैरेलल की जो डायग्राम है सेल्स इन पैरेलल उसी तरह ਆਪਾਂ n या m ਸੈੱਲ ਕੰਸੀਡਰ ਕਰ ਲੈਂਦੇ ਆ ਦੱਸਾਂਗੇ ਉਹ ਸੀਰੀਜ਼ ਕਦੋਂ ਉਹਨਾਂ ਚ ਕਰੰਟ ਜਿਹੜਾ ਗ੍ਰੇਟਰ ਹੋਊਗਾ। ਸਪੋਜ਼ ਕਰ ਲਓ ਆਪਣੇ ਕੋਲ n ਨੰਬਰ ਆਫ ਸੈਲਸ ਆ ਹਰੇਕ ਦੀ EMF ਸੇਮ ਹੀ ਰਹੂਗੀ ਇੰਟਰਨਲ ਰੈਜ਼ਿਸਟੈਂਸ ਵੀ ਸੇਮ ਰਹੂਗੀ। ਇਹਨਾਂ ਸਾਰਿਆਂ ਨੂੰ ਆਪਾਂ ਅਟੈਚ ਕਰਨਾ ਪੈਰਲਲ ਚ। इंटरनल रेजिस्टेंस R EMF हरेक दी E इस तरह करते करते ਆਪਾਂ कितने सैल अटैच करने हैं n नंबर ऑफ सैल्स। ये अपने को n नंबर ऑफ सैल्स हो गए सारे की कीते ਆਪਾਂ पैरेलल अटैच कीते हैं आ एक्सटर्नल रेजिस्टेंस आ ठीक है। ये अपने को की है पैरेलल की कंडीशन आ गई। देखो सारिਆਂ ਦਾ ਇੱਕੋ टर्मिनल ਆ ਜਿਹੜਾ ਕਾਮਨ ਹੋਣਾ ਚਾਹੀਦਾ दूसरा टर्मिनल भी देखो ਕਾਮਨ ਆ ਜਿੰਨੇ ਵੀ ਸੈੱਲ ਜੋੜਾਂਗੇ ਆਪਾਂ ठीक है। उस वेले कंडीशन की ਹੁੰਦੀ ਆਪਣੇ ਕੋਲ पैरेलल ਦੀ ਕੰਡੀਸ਼ਨ ਆ ਜਾਂਦੀ ਹੈ। सीरीज ਚ ਕੀ ਸੀ ਇੱਕ ਟਰਮੀਨਲ ਦੇ ਨਾਲ ਦੂਸਰਾ ਜੋੜੀ ਗਏ ਪੈरेलल ਚ ਕੀ ਹੁੰਦਾ ਵਾ ਹਰੇਕ ਸੈੱਲ ਦਾ ਜਿਹੜਾ ਪੋਜ਼ਿਟਿਵ ਟਰਮੀਨਲ ਆ ਉਹ ਇੱਕ ਦੇ ਨਾਲ ਅਟੈਚ ਹੋਊਗਾ ਇੱਕ ਟਰਮੀਨਲ ਦੇ ਨਾਲ ਸਿੰਗਲ ਦੇ ਨਾਲ ਜਿਵੇਂ ਆ ਕੀਤਾ ਹੈ। ਹਰੇਕ ਦਾ ਜਿਹੜਾ 네ਗੇਟਿਵ ਟਰਮੀਨਲ ਆ ਉਹਨੂੰ ਕੰਬਾਈਨ ਕਰਕੇ ਆਪਾਂ ਇੱਕ ਸਿੰਗਲ ਟਰਮੀਨਲ ਦੇ ਨਾਲ ਜੋੜ ਦਿੰਦੇ। ਇਹ ਪੈਰਲਲ ਲੱਗੇ ਹੋਏ ਆਪਣੇ ਕੋਲ ਸਾਰੇ ਸੈੱਲ। ਹਰੇਕ ਦੀ EMF ਫੇਰ ਕਿੰਨੀ ਆ E ਹਰੇਕ ਦੀ ਇੰਟਰਨਲ ਰੈਜ਼ਿਸਟੈਂਸ ਕਿੰਨੀ ਆ ਸਮਾਲ r ਤੇ ਸਾਰਿਆਂ ਨੂੰ ਆਪਾਂ ਕਿਹਦੇ ਨਾਲ ਜੋੜਿਆ ਐਕਸਟਰਨਲ ਰੈਜ਼ਿਸਟੈਂਸ R ਦੇ ਨਾਲ। ਉਸੇ ਤਰ੍ਹਾਂ ਹੁਣ ਆਪਾਂ ਕੀ ਫਾਈਂਡ ਕਰਨਾ ਸੇਮ ਕੰਡੀਸ਼ਨ कि ਇਹਦੀ ਇੰਟਰਨਲ ਰੈਜ਼ਿਸਟੈਂਸ ਕਿੰਨੀ ਹੋਊਗੀ ਟੋਟਲ ਤੇ ਟੋਟਲ EMF ਕਿੰਨੀ ਹੋਊਗੀ। ਹੁਣ ਜਦੋਂ ਵੀ ਆਪਾਂ ਪੈਰਲਲ ਦੀ ਗੱਲ ਕਰਦੇ ਹਾਂ ਪੈਰਲਲ ਦੇ ਵਿੱਚ ਆਪਾਂ ਕੀ ਕਹਿੰਦੇ ਆ ਹਰੇਕ ਨੂੰ ਆਪਾਂ ਸਪੋਜ਼ ਕਰ ਲਓ ਇੱਥੇ ਕੋਈ ਬੈਟਰੀ ਲੱਗੀ ਹੈ ਆਪਾਂ ਰੈਜ਼ਿਸਟੈਂਸ ਪੈਰਲਲ ਜੋੜੀ ਆ ਉਹ ਬੈਟਰੀ ਹਰੇਕ ਨੂੰ ਬਰਾਬਰ ਦੀ ਵੋਲਟੇਜ ਪ੍ਰੋਵਾਈਡ ਕਰਦੀ ਹੈ ਹਰੇਕ ਨੂੰ ਇਕੁਅਲ ਵੋਲਟੇਜ ਪ੍ਰੋਵਾਈਡ ਕਰੂਗੀ। ਇਹਦਾ ਮਤਲਬ ਪੈਰਲਲ 'ਚ ਕੀ ਹੋਊਗਾ ਆਪਣੇ ਕੋਲ ਹਰੇਕ ਦੀ ਜਿਹੜੀ EMF ਆ ਉਹ ਇਕੁਅਲ ਹੋਊਗੀ ਸਾਰਿਆਂ ਨੂੰ ਬਰਾਬਰ। ਮਤਲਬ ਇਸ ਸਰਕਟ ਦੀ ਜਿਹੜੀ EMF ਆ ਉਹ ਆਪਾਂ ਹੁਣ ਕੀ ਕਰਾਂਗੇ E ਨਹੀਂ ਕਰਨੀ ਉਹ ਸਿੰਪਲ ਆਪਣੇ ਕੋਲ ਕਿੰਨੀ ਹੋਊਗੀ EMF ਆਫ ਦਾ ਸਰਕਟ ਕਿੰਨਾ ਹੋਊਗਾ ਸਿਰਫ E ਹੋਊਗੀ ਠੀਕ ਹੈ। ਹਰੇਕ ਦੀ EMF E ਆ ਟੋਟਲ ਜਿਹੜੀ ਸਰਕਟ ਦੀ EMF ਆ ਪੈਰਲਲ ਹੋਣ ਕਰਕੇ ਉਹ ਵੀ ਕਿੰਨੀ ਹੋਊਗੀ E ਰਹਿਣੀ ਆਪਣੇ ਕੋਲ। ਇਹਦਾ ਮਤਲਬ ਸਰਕਟ ਦੀ ਟੋਟਲ EMF ਕਿੰਨੀ ਹੋਗੀ E। ਹੁਣ ਗੱਲ ਆ ਗਈ ਆਪਣੇ ਕੋਲ ਇੰਟਰਨਲ ਰੈਜ਼ਿਸਟੈਂਸ ਦੀ। ਹੁਣ ਸੈੱਲ ਦੀ ਜਿਹੜੀ ਇੰਟਰਨਲ ਰੈਜ਼ਿਸਟੈਂਸ ਆ ਸਪੋਜ਼ ਕਰ ਲਓ ਉਸੇ ਤਰ੍ਹਾਂ ਆਪਾਂ ਕਿੰਨੇ ਸੈੱਲ ਜੋੜੇ ਆ n ਸੈੱਲ। ਇਹਨਾਂ n ਸੈੱਲ ਦੀ ਇੰਟਰਨਲ ਰੈਜ਼ਿਸਟੈਂਸ ਕਿੰਨੀ ਹੋਗੀ ਸਾਰਿਆਂ ਨਾਲੋਂ ਪਹਿਲਾਂ ਦੇਖੋ ਆਪਣੇ ਕੋਲ ਕੀ ਹੈ ਪੈਰਲਲ 'ਚ ਹੈ। ਪੈਰਲਲ ਵਾਲਾ ਫਾਰਮੂਲਾ ਤੁਹਾਨੂੰ ਦੱਸਿਆ 1/r ਕਹਿ ਦੋ ਇਹਨੂੰ R इफेक्टिव पाता मैं R ਦੇ ਪੈਰਾਂ 'ਚ E ਡਬਲ F ਮਤਲਬ ਆਪਾਂ ਇਹਦੀ ਇੰਟਰਨਲ ਰੈਜ਼ਿਸਟੈਂਸ ਫਾਈਂਡ ਕਰਨ ਲੱਗੇ ਆ ਕਿੰਨੇ ਸੈੱਲ ਆ 1/r + 1/r + 1/r ਕਿੰਨੇ ਟਾਈਮਸ ਆ n ਟਾਈਮਸ ਆ। ਐਲਸੀਐਮ ਕਿੰਨਾ ਹੋਊਗਾ ਦੇਖੋ ਜੇ ਆਪਾਂ ਇਹਦਾ ਐਲਸੀਐਮ ਲੈਂਦੇ ਆ ਤਾਂ ਆਪਣੇ ਕੋਲ ਐਲਸੀਐਮ ਕਿੰਨਾ ਆ ਗਿਆ r आ गया एलसीएम ऊपर देखो कितने टाइम प्लस होगा 1 1 1 कितने टाइम आ 1 ਨੂੰ ਕਿੰਨੇ ਟਾਈਮ ਪਲੱਸ ਕਰਨਾ ਆਪਾਂ n ਟਾਈਮਸ ਮਤਲਬ ਜਿਹੜਾ 1 ਆ ਉਹ n ਨਾਲ ਮਲਟੀਪਲਾਈ ਹੋ ਕੇ n ਹੀ ਬਣ ਜਾਣਾ ਠੀਕ ਹੈ। ਜੇ ਮੰਨ ਲਓ ਉਸੇ ਤਰ੍ਹਾਂ 10 ਰੈਜ਼ਿਸਟੈਂਸ ਹੁੰਦੀਆਂ ਆਪਣੇ ਕੋਲ 1 ਕਿੰਨੀ ਵਾਰ ਪਲੱਸ ਹੋਣਾ ਸੀ 10 ਵਾਰ ਠੀਕ ਹੈ। ਜੇ 10 ਸੈੱਲ ਆ ਤਾਂ ਆਪਾਂ ਇੱਥੇ 10 ਵੈਲਿਊ ਪੁੱਟ ਕਰ ਦੇਣੀ ਸੀ
इस तरह अपने को जिन्ने अपने को सैल आ ਉਹਨਾਂ ਦੀ ਜਿਹੜੀ ਇੰਟਰਨਲ ਰੈਜ਼ਿਸਟੈਂਸ ਆ ਐਲਸੀਐਮ ਆਰ ਆ ਗਿਆ ਉੱਤੇ ਆਪਾਂ 1 ਨੂੰ ਕਿੰਨੀ ਵਾਰ ਪਲੱਸ ਕਰਨਾ n ਵਾਰ ਉੱਤੇ ਕਿੰਨਾ ਆ ਜਾਊਗਾ n ਠੀਕ ਹੈ ਡਿਵਾਈਡ ਬਾਈ r 1 ਓਵਰ r ਇਫੈਕਟਿਵ ਇਹ ਇਫੈਕਟਿਵ ਰੈਜ਼ਿਸਟੈਂਸ ਆ ਗਈ ਆਪਣੇ ਕੋਲ ਤੇ ਆਪਾਂ ਫਾਈਂਡ ਕਰਨਾ ਆ r ਇਫੈਕਟਿਵ ਰੈਸਿਪਰੋਕਲ ਇਹਨੂੰ ਉਲਟਾ ਲਓ r ਇਫੈਕਟਿਵ ਦੀ ਵੈਲਿਊ ਕਿੰਨੀ ਆ ਗਈ ਜਦੋਂ ਉਲਟਾਓਗੇ r n ਠੀਕ ਹੈ ਦੋਵਾਂ ਨੂੰ ਉਲਟਾਤਾ ਆਪਣੇ ਕੋਲ ਇੰਟਰਨਲ ਰੈਜ਼ਿਸਟੈਂਸ ਆ ਜਿਹੜੀ ਕਿੰਨੀ ਆ ਗਈ r n ਹੁਣ ਆਪਾਂ ਕੀ ਕਰਨਾ ਵਾ ਇਹਦੇ ਇਕੁਇਵਲੈਂਟ ਸਰਕਟ ਬਣਾਉਣਾ ਇਹਦਾ ਇਕੁਇਵਲੈਂਟ ਸਰਕਟ ਕੀ ਬਣੂਗਾ ਹੁਣ ਦੇਖੋ ਇਹਨਾਂ ਸਾਰੇ ਸੈੱਲ ਦੀ ਜਗ੍ਹਾ ਆਪਾਂ ਇੱਕੋ ਸੈੱਲ ਯੂਜ਼ ਕਰਾਂਗੇ ਜਿਹਦੀ EMF ਕਿੰਨੀ ਹੋਊਗੀ E ਤੇ ਉਹਦੀ ਇੰਟਰਨਲ ਰੈਜ਼ਿਸਟੈਂਸ ਕਿੰਨੀ ਹੋਣੀ ਚਾਹੀਦੀ ਹੈ r/n ਹੋਣੀ ਚਾਹੀਦੀ ਹੈ ਐਕਸਟਰਨਲ ਉਸੇ ਤਰ੍ਹਾਂ ਤਾਂ ਸੇਮ ਹੀ ਰਹੂਗੀ ਕੈਪੀਟਲ R ਇਹਦਾ ਇਕੁਇਵਲੈਂਟ ਸਰਕਟ ਆ ਗਿਆ ਹੁਣ ਆਪਾਂ ਫਾਈਂਡ ਕੀ ਕਰਨਾ ਆਪਾਂ ਤਾਂ ਕਰੰਟ ਫਾਈਂਡ ਕਰਨਾ ਕਿ ਇਸ ਸਰਕਟ ਚੋਂ ਕਿੰਨਾ ਕਰੰਟ ਫਲੋ ਕਰਦਾ ਪਿਆ ਪਹਿਲਾਂ ਟੋਟਲ ਰੈਜ਼ਿਸਟੈਂਸ ਕਿੰਨੀ ਹੋਊਗੀ ਟੋਟਲ ਰੈਜ਼ਿਸਟੈਂਸ ਆਫ सर्किट कितनी होगी टोटल रेजिस्टेंस देखो एक्सटर्नल कितनी है आर फिर सीरीज ਦੇ ਵਿੱਚ सीरीज ਦਾ ਆਪਾਂ ਕੀ ਕਿਹਾ ਸੀ ਪਲੱਸ ਕਰਨਾ ਕਿੰਨੀ ਬਣ ਜੂਗੀ ਦੇਖੋ r ਪਲੱਸ ਸੈੱਲ ਦੀ ਇੰਟਰਨਲ ਰੈਜ਼ਿਸਟੈਂਸ r/n ਇਹ ਕੀ ਆ ਗਿਆ ਆਪਣੇ ਕੋਲ ਟੋਟਲ ਰੈਜ਼ਿਸਟੈਂਸ ਆਫ ਦਾ ਸਰਕਟ ਆ ਆਪਾਂ ਨੂੰ EMF ਵੀ ਪਤਾ ਲੱਗ ਗਈ ਟੋਟਲ ਰੈਜ਼ਿਸਟੈਂਸ ਵੀ ਪਤਾ ਲੱਗ ਗਈ ਆਪਾਂ ਫਾਈਂਡ ਕੀ ਕਰਨਾ ਕਰੰਟ ਫਾਈਂਡ ਕਰਨਾ ਦੇਖੋ ਕੀ ਹੋਊਗਾ ਕਰੰਟ ਆਪਣੇ ਕੋਲ करंट की वैल्यू कितनी आ जाएगी देयरफॉर करंट फ्लो इन द सर्किट किसी फार्मूला E ओवर टोटल रेजिस्टेंस EMF टोटल कितनी है हम तो सिंपल अपने को E आ टोटल रेजिस्टेंस देखो कितनी है R प्लस R/n एलसीएम ले लो कितना आ गया E एलसीएम आ गया n आगे बन जाएगा n r प्लस r आ उत्ते जाके मल्टीप्लाई हो गया अपने को करंट की जो वैल्यू आ कितनी आ गई I इक्वल टू n इंटू e n r प्लस r एक की वैल्यू आ गई अपने को करंट की वैल्यू आ गई कि जो पैरेलल से अपने को आ करंट फ्लो करूगा ये ਹੁਣ ਆਪਾਂ ਫਾਈਂਡ ਕੀ ਕਰਨਾ ਆਪਾਂ ਤਾਂ ਇਹ ਫਾਈਂਡ ਕਰਨਾ ਕਿ ਜਿਹੜਾ ਕਰੰਟ ਆ ਉਹ ਮੈਕਸਿਮਮ ਕਦੋਂ ਹੋਊਗਾ ਸਰਕਟ 'ਚ ਉਹ ਕੰਡੀਸ਼ਨ ਫਾਈਂਡ ਕਰਨੀ ਹੈ ਉਸੇ ਤਰ੍ਹਾਂ ਫਿਰ ਦੋ ਕੰਡੀਸ਼ਨ ਇੱਕ ਵਾਰੀ ਇਹਨੂੰ ਗ੍ਰੇਟਰ ਰੱਖਾਂਗੇ ਇੱਕ ਵਾਰੀ ਇੰਟਰਨਲ ਰੈਜ਼ਿਸਟੈਂਸ ਨੂੰ ਗ੍ਰੇਟਰ ਰੱਖਾਂਗੇ ਕੇਸ 1 ਇਫ कैपिटल R greater than small r मतलब एक्सटर्नल रेजिस्टेंस सेल दी इंटरनल रेजिस्टेंस नालों ज्यादा नेगलेक्ट किनु करोगे देयरफॉर R can be neglected R खत्म हो गया कितना रह गया I इक्वल टू n e R खत्म नेगलेक्ट हो गया डिवाइड बाय n r कैंसल E ओवर R E over R किया करंट ड्यू टू दिस इज करंट ड्यू टू सिंगल सेल ये सिंगल सेल करके करंट आ गया ਹੁਣ केस 2 ਹੁਣ ਆਪਾਂ इंटरनल रेजिस्टेंस ਨੂੰ ग्रेटर रख लेने ਆ सेकंड केस ਕੀ ਹੈ if internal resistance small r very greater than कैपिटल R एक्सटर्नल रेजिस्टेंस और देखो की होगा देयरफॉर n r कैन बी नेगलेक्टेड और n r खत्म हो गया कितना बन गया अपने को देखो I इक्वल टू n इंटू e आता नेगलेक्ट हो गया डिवाइड बाय स्मॉल r e ओवर r करंट पर ਹੁਣ ਕਿਹਦੇ ਨਾਲ ਮਲਟੀਪਲਾਈ ਹੁੰਦਾ ਪਿਆ n ਦੇ ਨਾਲ ਇਹ ਕੀ ਹੋ ਗਿਆ दिस इज करंट ड्यू टू
n ਸੈਲਸ, ਇਹ ਸਿੰਗਲ ਸੈੱਲ ਕਰਕੇ ਸੀਗਾ, ਇਹ n ਸੈੱਲ ਕਰਕੇ ਆ ਗਿਆ ਕਰੰਟ, ਠੀਕ ਆ। ਇਹਦਾ ਮਤਲਬ ਆਪਣੇ ਕੋਲ ਆ ਕਰੰਟ ਦੀ ਮੈਕਸਿਮਮ ਕਰੰਟ ਦੀ ਕੰਡੀਸ਼ਨ ਆ ਵਾਲੀ ਹੋਗੀ ਕਿ ਇੰਟਰਨਲ ਰੈਜ਼ਿਸਟੈਂਸ ਆ ਸੈੱਲ ਦੀ ਗ੍ਰੇਟਰ ਹੋਣੀ ਚਾਹੀਦੀ ਆ ਐਕਸਟਰਨਲ ਦੇ ਨਾਲੋਂ। ਸੀਰੀਜ਼ 'ਚ ਕੀ ਸੀਗਾ, ਐਕਸਟਰਨਲ ਦੀ ਵੈਲਿਊ ਜ਼ਿਆਦਾ ਸੀਗੀ, ਇਹਦੇ 'ਚ ਇੰਟਰਨਲ ਰੈਜ਼ਿਸਟੈਂਸ ਦੀ ਵੈਲਿਊ ਗ੍ਰੇਟਰ ਹੋਣੀ ਚਾਹੀਦੀ। ਇਹ ਸੀ ਆਪਣੇ ਦੋ ਆਰਟੀਕਲ ਜਿਹਦੇ 'ਚ ਆਪਾਂ ਫਾਈਂਡ ਕੀਤਾ ਕਿ ਜਦੋਂ ਸੈੱਲ ਆਪਾਂ ਸੀਰੀਜ਼ ਜਾਂ ਪੈਰਲਲ 'ਚ ਅਟੈਚ ਕਰਦੇ ਆ ਉਸ ਦੇ ਵਿੱਚ ਮੈਕਸਿਮਮ ਕਰੰਟ ਦੀ ਜੋ ਕੰਡੀਸ਼ਨ ਆ ਕੀ ਹੁੰਦੀ ਆ। ਤੇ ਇਸ ਵੀਡੀਓ ਦੇ ਲਈ ਇੰਨਾ ਹੀ। ਥੈਂਕਸ।